ਜਿਵੇਂ ਇੱਥੇ ਸਪੀਕਰ ਲੱਗੇ ਹੋਏ ਨੇ, ਉਹਨਾਂ ਦੇ ਮੂਹਰੇ ਜਾ ਕੇ ਕੋਈ ਹੱਥ ਰੱਖੀ ਜਾਵੇ, ਕੋਈ ਉਹਦੇ ਉੱਤੇ ਪਲੇਟ ਵੱਡੀ ਸਾਰੀ ਲਾ ਦੂਗਾ, ਕੋਈ ਕਹੇ ਇਹਦੇ ਤੇ ਕੱਪੜਾ ਬੰਨ੍ਹ ਦਿਓ ਤਾਂ ਆਵਾਜ਼ ਬੰਦ ਹੋ। ਸਪੀਕਰ ਜਿਹੜੇ ਨੇ ਉਹਨਾਂ ਦਾ ਰਸਤਾ ਹੈ ਮਾਈਕ। ਮਾਈਕ ਵਿੱਚੋਂ ਬੋਲਣਾ ਬੰਦ ਕਰ ਦਈਏ ਜਾਂ ਪਿੱਛੋਂ ਮਾਈਕ ਹੀ ਬੰਦ ਕਰ ਦਈਏ, ਫਿਰ ਉਹ ਸਪੀਕਰ ਬੰਦ ਹੋ ਸਕਦਾ। ਇਸੇ ਤਰ੍ਹਾਂ ਸਾਡੀ ਜਿਹੜੀ ਜ਼ੁਬਾਨ ਹੈ, ਬੁੱਲ ਹਿਲਦੇ ਨੇ, ਮੂੰਹ ਹੈ ਸਾਡਾ, ਇਹ ਤਾਂ ਸਪੀਕਰ ਦਾ ਕੰਮ ਕਰਦਾ। ਵਾਸਤਵ ਦੇ ਵਿੱਚ ਬੋਲਣ ਵਾਲਾ ਸਾਡੇ ਅੰਦਰ ਬੈਠਾ, ਜਿਹੜਾ ਅੰਦਰੋਂ ਬੋਲਦਾ। ਜਿਹੜੀ ਅੰਦਰਲੀ ਆਵਾਜ਼ ਆ ਉਹ ਫਿਰ ਬਾਹਰ ਪ੍ਰਗਟ ਹੁੰਦੀ। ਜੋ ਜੀ ਹੋਏ ਸੋ ਉਗਵੈ। ਜੋ ਗੱਲ ਸਾਡੇ ਜੀ ਚਿੱਤ 'ਚ ਹੁੰਦੀ ਉਹੀ ਪ੍ਰਗਟ ਹੁੰਦੀ ਹੈ। ਮੂੰਹ 'ਚ ਜਿਹੜੀ ਗੱਲ ਆਉਂਦੀ ਪਹਿਲਾਂ ਅੰਦਰ ਆਉਂਦੀ। ਤਾਈਓ ਸਿਆਣਿਆਂ ਨੇ ਕਹਾਵਤ ਕਹੀ ਹੈ, ਪਹਿਲਾਂ ਤੋਲੋ ਅੰਦਰ। ਮਨ 'ਚ ਆਪਣੇ ਗੱਲ ਆ ਗਈ ਕੋਈ, ਪਰ ਸੋਚ ਲਓ ਕਿ ਕਰਨੀ ਕਿ ਨਹੀਂ, ਇਹਦਾ ਨੁਕਸਾਨ ਤਾਂ ਨਹੀਂ, ਇਹਦਾ ਫਾਇਦਾ ਤਾਂ ਕਰ ਲਓ, ਫੇਰ ਬੋਲੋ। ਹੁਣ ਆਪਣੇ ਅੰਦਰਲਾ ਜਿਹੜਾ ਹੈ ਸਾਡਾ ਮਨ ਹੈ, ਉਹ ਫੁਰਨਾ ਕਰਦਾ ਹੈ, ਬੋਲਣਾ ਉਹਨੂੰ ਬੰਦ ਕਰਨਾ। ਕੱਲੇ ਬਾਹਰਲੇ ਬੋਲ ਨੂੰ ਬੰਦ ਕਰਕੇ ਮਨ ਦੀ ਚੁੱਪ ਨਹੀਂ ਹੁੰਦੀ। ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਹੁਣ ਲਿਵ ਤਾਰ ਕੀ ਹੋਈ? ਜਿਵੇਂ ਆਪਾਂ ਪਾਣੀ ਦਾ ਇੱਕ ਜੱਗ ਭਰ ਕੇ ਵੱਡਾ ਸਾਰਾ ਬਰਤਨ ਉੱਪਰੋਂ ਪਾਣੀ ਡੋਲੀਏ, ਉਹਦੀ ਥੱਲੇ ਤੱਕ ਧਾਰ ਬਣ ਜਾਂਦੀ ਇੱਕ, ਪਰ ਫੇਰ ਵੀ ਉਹ ਪਾਣੀ ਖਿੰਡਦਾ ਰਹਿੰਦਾ, ਪੂਰੀ ਧਾਰ ਬੱਝਵੀਂ ਨਹੀਂ ਪੈਂਦੀ। ਕਿਉਂ? ਪਾਣੀ। ਤੇ ਜੇ ਆਪਾਂ ਕਿਸੇ ਵੀ ਤੇਲ ਨੂੰ ਡੋਲੀਏ, ਤੇਲ ਸਰੋਂ ਦਾ ਜਾਂ ਹੋਰ ਕੋਈ ਤੇਲ ਜੱਗ ਭਰ ਕੇ ਡੋਲੀਏ, ਥੱਲੇ ਧਾਰਾ ਵਗਾਈਏ, ਤਾਂ ਉਹ ਬਿਲਕੁਲ ਕੋਈ ਛਿੱਟਾ ਸਾਈਡਾਂ 'ਤੇ ਨਹੀਂ ਪੈਂਦਾ, ਉਹਦੀ ਧਾਰਾ ਖਿੰਡਾਓ ਵਿੱਚ ਨਹੀਂ ਹੁੰਦੀ। ਪਾਣੀ ਡੋਲੋ ਤਾਂ ਪਾਣੀ ਦੇ ਅੰਦਰੋਂ ਕਈ ਪ੍ਰਕਾਰ ਦੇ ਛਿੱਟੇ ਪੈਂਦੇ ਨੇ, ਖਿੰਡਦਾ ਹੈ, ਪਾਣੀ ਖਿੰਡਾਓ ਵਿੱਚ ਆਉਂਦਾ। ਹੁਣ ਇਹੀ ਜਿਹੜੀ ਤੇਲ ਧਾਰਾ ਹੈ, ਇਹਨੂੰ ਹੁਣ ਕਥਾ ਦੇ ਅੱਖਰਾਂ 'ਚ ਕਿਹਾ ਜਾਂਦਾ ਹੈ, ਜੇ ਲਾਏ ਰਹਾ ਲਿਵ ਤਾਰ। ਜੇ ਤੇਲ ਧਾਰਾ ਵਾਂਗੂ ਸਮਾਧੀ ਲਾ ਕੇ ਚੁੱਪ ਹੋ ਕੇ ਬੈਠਾ ਰਹੇ, ਤਾਂ ਵੀ ਅੰਦਰੋਂ ਮਨ ਜਿਹੜਾ ਚੁੱਪ ਨਹੀਂ ਹੁੰਦਾ। ਮਨ ਨੂੰ ਚੁੱਪ ਕਰਾਉਣ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰਬਾਣੀ ਦਾ ਸਰਵਣ ਕਰਨਾ ਜ਼ਰੂਰੀ ਹੈ, ਗਿਆਨ ਦਾ ਲੈਣਾ ਜ਼ਰੂਰੀ ਹੈ। ਸੋ ਇਸ ਕਰਕੇ ਜਦੋਂ ਵੀ ਆਪਾਂ ਪਾਠ ਕਰਦੇ ਹਾਂ, ਕਿਉਂਕਿ ਇਹ ਦੱਸਣਾ ਹਰ ਥਾਂ ਹੀ ਜ਼ਰੂਰੀ ਹੁੰਦਾ ਹੈ, ਕਥਾ ਵਿੱਚ ਪਹਿਲਾਂ ਵੀ ਦੱਸਿਆ ਹੋਇਆ, ਕੱਲ੍ਹ ਵੀ ਪਰਸੋਂ ਵੀ ਕਈਆਂ ਨੇ ਪੁੱਛਿਆ, ਮਨ ਨਹੀਂ ਟਿਕਦਾ ਬਾਣੀ ਪੜ੍ਹਦੇ ਹਾਂ। ਇਹ ਤਰੀਕਾ ਆਪਾਂ ਨੇ ਮਹਾਂਪੁਰਖਾਂ ਦੀ ਪੁਸਤਕ 'ਚ ਪੜ੍ਹਿਆ ਵੀ ਹੋਊਗਾ, ਸੇਕ ਨੇਹਿਆ ਦੇ ਵਿੱਚ, ਪਰ ਉਹਨਾਂ ਕੋਲ ਅਸੀਂ ਪ੍ਰੈਕਟੀਕਲੀ ਇਹ ਚੀਜ਼ਾਂ ਬਹਿ ਕੇ ਸਿੱਖੀਆਂ, ਕੋਲ ਬੈਠ ਕੇ ਪਾਠ ਕਰਨਾ। ਵੈਸੇ ਤਾਂ ਇਹ ਹੋਣਾ ਚਾਹੀਦਾ ਇਸ ਤਰ੍ਹਾਂ ਵੀ ਜਿਵੇਂ ਬੈਠ ਕੇ ਉਹ ਪਾਠ ਕਰਾਉਂਦੇ ਸੀ, ਉਸ ਤਰ੍ਹਾਂ ਪਾਠ ਕਰਨ ਦਾ ਇੱਕ ਸਮਾਂ ਹੋਣਾ ਚਾਹੀਦਾ। ਕਿਉਂਕਿ ਜਦੋਂ ਤੱਕ ਆਪਾਂ ਇੱਕ ਸਿੱਖ ਹੈ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ ਹੈ, ਘੱਟੋ ਘੱਟ 2 ਜਾਣੇ ਬੈਠ ਕੇ ਅਭਿਆਸ ਕਰਨ, 3 ਜਾਣੇ ਬੈਠਣ ਹੋਰ ਜ਼ਿਆਦਾ ਵਧੀਆ, 4, 5, 10, ਜਿੰਨੇ ਜਾਣਾ ਜ਼ਿਆਦਾ ਬੈਠਾਂਗੇ ਉਨੇ ਜਾਣਾ ਦੇ ਉੱਤੇ ਉਹ ਪ੍ਰਭਾਵ ਪੈਂਦਾ।
ਹੁਣ ਇਕੱਲੇ ਦਾ ਬੈਠੇ ਦਾ ਮਨ ਭਾਵੇਂ ਬਾਣੀ ਪੜ੍ਹੇ ਵਿਕਾਰਾਂ ਵੱਲ ਚਲਿਆ ਜਾਵੇ, ਗਲਤ ਕੰਮ ਕਰੀ ਜਾਵੇ, ਇੱਧਰ ਚਲਿਆ ਜਾਏ ਉੱਧਰ ਚਲਿਆ ਗਿਆ, ਕੁਛ ਵੀ ਕਰੀ ਜਾਂਦਾ, ਉਹਨੂੰ ਟੋਕਣ ਵਾਲਾ ਕੋਈ ਨਹੀਂ, ਕਹਿਣ ਵਾਲਾ ਨਹੀਂ ਕੋਈ। ਪਰ ਜਦੋਂ ਕੋਲ ਕੋਈ ਬੈਠਾ ਹੋਵੇਗਾ ਜਾਂ ਆਪਾਂ ਉਸ ਢੰਗ ਨਾਲ ਪਾਠ ਕਰੀਏ ਤਾਂ ਉਦੋਂ ਸਾਨੂੰ ਪੁੱਛਣ ਵਾਲਾ ਵੀ ਕੋਈ ਹੋਣਾ ਚਾਹੀਦਾ। ਜਦੋਂ ਕਥਾ ਰਿਕਾਰਡ ਹੋ ਰਹੀ ਸੀ USA ਚੈਲਸ ਬਰੰਟੇ, USA ਤੋਂ 10 ਕੁ ਜਾਣੇ ਆਏ ਸੀ ਸਿੰਘ। ਉਹ ਕਹਿੰਦੇ ਸਾਨੂੰ, ਤੁਸੀਂ ਕਹਿੰਦੇ ਬਾਬਾ ਜੀ ਤੁਹਾਡੇ ਕੋਲ ਬਹਿ ਕੇ ਪਾਠ ਕਰਾਉਂਦੇ ਹੁੰਦੇ ਸੀ, ਸਾਨੂੰ ਵੀ ਕਰਾਓ ਉਸ ਤਰ੍ਹਾਂ। ਮੈਂ ਕਿਹਾ ਚਲੋ ਆਪਾਂ ਉਸ ਤਰ੍ਹਾਂ ਕਰ ਲੈਂਦੇ ਬਹਿ ਕੇ, ਇੱਕ ਇੱਕ ਪੌੜੀ ਜਪਜੀ ਸਾਹਿਬ ਦੀ ਸਾਰੇ ਪੜ੍ਹੀ ਜਾਓ ਹੌਲੀ ਹੌਲੀ। ਪਰ ਇੱਕ ਗੱਲ ਹੈ ਕਿ ਜਦੋਂ ਮਨ ਬਾਹਰ ਜਾਵੇ ਤਾਂ ਉਦੋਂ ਹੱਥ ਖੜਾ ਕਰ ਦੇਣਾ। ਜਦੋਂ ਹੁਣ ਸ਼ੁਰੂ ਕੀਤਾ ਪਾਠ, ਪਹਿਲੀ ਪੌੜੀ ਵਿੱਚ ਬੰਦੇ ਨੇ ਹੱਥ ਖੜਾ ਕਰਤਾ, ਹਾਂਜੀ ਕਿੱਥੇ ਗਿਆ ਪੁੱਛਿਆ, ਫਿਰ ਦੂਜਾ ਤੀਜਾ, 10 ਪੌੜੀਆਂ ਵਿੱਚ ਸਾਰਿਆਂ ਨੂੰ ਨੀਂਦ ਆਉਣ ਲੱਗ ਗਈ ਉਹਨਾਂ ਨੂੰ। ਮੈਂ ਕਿਹਾ ਹੁਣੇ ਆਵਾਸੀਆਂ ਲਈ ਜਾਂਦੇ ਹੋ ਨੀਂਦ ਆਈ ਜਾਂਦੀ, ਕਹਿੰਦੇ ਔਖਾ ਹੈ, ਇਸ ਤਰ੍ਹਾਂ ਕਰਨਾ ਔਖਾ ਹੈ। ਵੀ ਇਹ ਔਖਾ ਲੱਗਦਾ ਪਰ ਇਹੀ ਰਸਤਾ ਹੈ ਵਾਸਤਵ ਦੇ ਵਿੱਚ, ਅਸਲੀ ਰਸਤਾ ਇਹੀ ਹੈ। ਕਿਉਂ ਜਦੋਂ ਮਿਲ ਕੇ ਬੈਠੀਏ ਤਾਂ ਮਿਲ ਕੇ ਇੱਕ ਦੂਜੇ ਦਾ ਮਨ ਇੱਕ ਦੂਜੇ ਦੇ ਭੈ ਵਿੱਚ ਰਹਿੰਦਾ, ਇਹਨੂੰ ਕਹਿੰਦੇ ਸੰਗਤ ਦਾ ਕਿਲਾ। ਮਰਨ ਲੱਗਿਆ ਇੱਕ ਬੱਚੇ ਦੇ ਪਿਤਾ ਨੇ ਉਹਨੂੰ ਕਿਹਾ ਤੂੰ ਕਿਲੇ ਵਿੱਚ ਰਹੀਂ, ਮਿੱਠਾ ਮਿੱਠਾ ਖਾਈ ਤੇ ਛਾਵੇਂ ਛਾਵੇਂ ਦੁਕਾਨ ਤੇ ਜਾਈ, ਛਾਵੇਂ ਛਾਵੇਂ ਆਈ। ਹੁਣ ਪਿਤਾ ਚੜ੍ਹਾਈ ਕਰ ਗਿਆ, ਬੱਚੇ ਨੇ ਅਮਲ ਕੀਤਾ ਉਹਦੀ ਗੱਲ ਤੇ। ਉਹ ਬੱਚੇ ਨੇ ਜਿੰਨੇ ਪੈਸੇ ਸੀ ਇਕੱਠੇ ਕਰਕੇ ਇੱਕ ਛੋਟਾ ਜਿਹਾ ਕਿਲਾ ਬਣਵਾ ਲਿਆ, ਕਿਲੇ 'ਚ ਰਹਿਣ ਲੱਗ ਪਿਆ। ਦੁਕਾਨ ਤੱਕ ਸ਼ਾਮਿਆਨੇ ਲਵਾ ਲਏ, ਛਾਵੇਂ ਛਾਵੇਂ ਜਾਵੇ, ਛਾਵੇਂ ਛਾਵੇਂ ਆਵੇ ਤੇ ਮਠਿਆਈਆਂ ਹੀ ਖਾਈ ਜਾਵੇ। ਮਿੱਠਾ ਖਾ ਖਾ ਕੇ ਬਿਮਾਰ ਹੋ ਗਿਆ, ਕੰਮ ਬੰਦ ਹੋ ਗਿਆ। ਰਿਸ਼ਤੇਦਾਰ ਸਿਆਣਾ ਸੀ, ਇੱਕ ਪਤਾ ਲੈਣਾ ਹੈ ਕੀ ਗੱਲ ਹੈ, ਇਹ ਕੀ ਹੈ, ਸ਼ਾਮਿਆਨੇ ਲਾਏ ਨੇ, ਕਿਲਾ ਬਣਾ ਲਿਆ ਛੋਟਾ ਜਿਹਾ, ਮਿੱਠਾ ਖਾਈ ਜਾਂਦਾ। ਕਹਿੰਦਾ ਪਿਤਾ ਜੀ ਇੱਦਾਂ ਕਹਿ ਗਏ ਸੀ। ਉਹ ਬਜ਼ੁਰਗ ਸਿਆਣਾ ਸੀ, ਕਹਿੰਦਾ ਪਿਤਾ ਜੀ ਤੈਨੂੰ ਜਿਸ ਤਰ੍ਹਾਂ ਕਹਿ ਗਏ ਸੀ ਉਹ ਮੈਂ ਦੱਸਦਾ। ਉਹਨਾਂ ਨੇ ਕਿਹਾ ਸੀ ਕਿਲੇ ਵਿੱਚ ਰਹੀਂ, ਮਤਲਬ ਕਿ ਸੰਗਤ ਰੂਪ ਕਿਲੇ 'ਚ ਰਹੀਂ। ਕਿਉਂਕਿ ਜੇ ਸਾਧ ਸੰਗਤ ਮਿਲੇ ਤਾਂ ਸੰਗਤ ਦਾ ਡਰ ਬਣਿਆ ਰਹਿੰਦਾ, ਇਕੱਲਾ ਤਾਂ ਕੋਈ ਵੀ ਗਲਤੀ ਕਰ ਦਿੰਦਾ। ਦੂਜੀ ਗੱਲ ਹੈ ਜਿਹੜੀ ਤੈਨੂੰ ਕਿਹਾ ਸੀ ਛਾਵੇਂ ਛਾਵੇਂ ਦਾ ਮਤਲਬ ਦੁਕਾਨ ਤੇ ਜਾਣ ਦਾ, ਵੀ ਸਵੇਰੇ ਸਵੇਰੇ ਹਨੇਰੇ ਹਨੇਰੇ ਜਾਈ ਤਾਂ ਕਿ ਗਾਹਕ ਜ਼ਿਆਦੇ ਮਿਲੇਗਾ, ਸ਼ਾਮ ਨੂੰ ਹਨੇਰੇ ਹੋਏ ਆਈ। ਤੀਸਰੀ ਗੱਲ ਜਿਹੜੀ ਕਹੀ ਸੀ ਮਿੱਠਾ ਖਾਈ, ਉਹ ਤੈਨੂੰ ਇਹ ਕਿਹਾ ਸੀ ਵੀ ਜਦ ਭੁੱਖ ਲੱਗੇ ਬਹੁਤ ਤਾਂ ਬੇਹੀ ਰੋਟੀ ਵੀ ਮਿੱਠੀ ਲੱਗਦੀ, ਵੀ ਭੁੱਖ ਲੱਗੀ ਤੋਂ ਖਾਈ। ਤੂੰ ਉਹਨਾਂ ਗੱਲਾਂ ਦੇ ਜਿਹੜੇ ਅਰਥ ਨੇ ਉਲਟ ਕੱਢ ਲਏ ਸਾਰੇ। ਆਪਾਂ ਨੂੰ ਵੀ ਮਹਾਰਾਜ ਨੇ ਕਿਹਾ ਕਿਲੇ ਵਿੱਚ ਰਹੋ, ਸੰਗਤ ਦਾ ਕਿਲਾ ਹੈ, ਵਿਕਾਰਾਂ ਤੋਂ ਬਚਤ ਕਰਾਉਂਦਾ ਹੈ, ਡਰ ਭੈ ਰਹਿੰਦਾ ਹੈ, ਇੰਨੀ ਸੰਗਤ ਬੈਠੀ ਹੈ। ਜਿਹੜੀ ਮਨ 'ਚ ਗੱਲ ਮਾੜੀ ਆਉਂਦੀ ਹੈ, ਕੋਈ ਖਿਆਲ ਮਾੜਾ ਆ ਗਿਆ ਹੈ ਅੰਦਰ ਹੈ ਆਪਣੇ, ਉੱਠ ਕੇ ਸੰਗਤ 'ਚ ਬੋਲੋ ਵੀ ਮੇਰੇ ਮਨ 'ਚ ਆ ਰਿਹਾ, ਬੰਦਾ ਬੋਲ ਨਹੀਂ ਸਕਦਾ। ਸੰਗਤ ਨੇ ਕਹਿਣਾ ਇੰਨਾ ਮਾੜਾ ਆਦਮੀ, ਦੇਖਣ ਨੂੰ ਤਾਂ ਬੜਾ ਚੰਗਾ ਲੱਗਦਾ। ਉਹ ਫਿਰ ਡਰ ਵਿੱਚ ਆ ਜਾਂਦਾ, ਭੈ ਵਿੱਚ ਆ ਜਾਂਦਾ। ਪੰਜਵੇਂ ਪਾਤਸ਼ਾਹ ਕੋਲੇ ਜਿਵੇਂ ਤਰਨ ਤਾਰਨ ਸਾਹਿਬ ਪਿੰਡਾਂ ਦੇ ਚੌਧਰੀ ਆਉਂਦੇ ਸੀ, ਇੱਕ ਚੌਧਰੀ ਕਹਿਣ ਲੱਗਿਆ ਮਹਾਰਾਜ ਹੁਣ ਕੀ ਕਰੀਏ, ਆਪ ਨੇ ਕਿਹਾ ਝੂਠ ਨਾ ਬੋਲਿਆ ਕਰੋ, ਹੁਣ ਇਹੋ ਜਿਹੇ ਕੰਮਾਂ 'ਚ ਝੂਠ ਬੋਲਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੰਨਾ ਝੂਠ ਬੋਲੀ
कोशिश कर ना बोलिया जावे। कापी ते लिख लिया कर भी अज मैं आ झूठ बोलिया, अज आ बोलिया, अज आ बोलिया। जद तुसी मस्सिया ते आओ इत्थे तां मस्सिया वाले दिनों फिर तू कापी नाल ले आई, भाव जिहड़ी बही खाते जे हुंदे सी। जदों आ गया मत्था टेकिया, महाराज कहने लिख लिया है? कहने हाँ जी। कहने इत्थे खड़ा होकर सारी संगत नूं सुणा है भी तू आ महीने च किन्ने झूठ बोलिया, की बोलिया। वो बंदा नाले तां सुणावे, नाले मुड़का मुड़का आई जावे उहनूं, नाले डरी जावे। सारे कहंदे इन्ना माड़ा तू, इन्ना नुकसान करदा, इन्ना झूठ बोलदा। अगले महीने फिर वो जदों आया, वो झूठ 10% ही रह गया। शर्म आउंदी बई सारिਆਂ 'ਚ ਆਪਣੀਆਂ गलतियां दसदियां होया। उस तो अगले महीने कापी बिल्कुल साफ। महाराज झूठ छड्ड ही दिता जी, हुण नहीं बोलते। क्यों? क्यों महाराज शर्म बड़ी आउंदी है। इसे प्रकार जिहड़ी साध संगत दा किला है, ਇਹਦੇ ਵਿੱਚ ਆਪਾਂ ठीक है मन के अंदर चल रहा है, मन के अंदर विकार चलते ने, मूँह चुप है पर चुप ना हो बई। ये अंदरों मन चुप नहीं हुंदा, अंदरों पगां बिन हुरियां मारता। पगां तो भाव बिना, पैरां तो बिना की हुरियां, पैर जिवें निका जिहा नियाणा रुस के ना ऐ लत्तां ऐ करदा ना, मारी जांदा इदां लत्तां रुस के, ਇਹਨੂੰ ਕਹਿੰਦੇ ਹੁਰੀਆਂ। ਇਹ ਪਗਾਂ ਬਿਨ ਹੁਰੀਆਂ ਮਾਰਤਾ। ਮਨ ਦੇਖੋ ਅੰਦਰ ਹੁਰੀਆਂ ਮਾਰੀ ਜਾਂਦਾ, ਹੁੱਜਾਂ ਮਾਰ ਉੱਠ ਚੱਲੀਏ, ਚੱਲ ਹੁਣ ਇੱਥੇ ਕੀ ਹੈ। ਬਦਨਾ ਬਿਨ ਖਿਰ ਖਿਰ ਹਾਸਤਾ, ਮੂੰਹ ਤੋਂ ਬਿਨਾਂ ਹੀ ਹੱਸੀ ਜਾਂਦਾ ਅੰਦਰ, ਬਿਨਾਂ ਮੂੰਹ ਤੋਂ ਹੀ ਅੰਦਰੋਂ ਬੋਲੀ ਜਾਂਦਾ, ਬਿਨਾਂ ਮੂੰਹ ਤੋਂ ਹੀ ਅੰਦਰ ਕਰਮ ਕਰਦਾ। बैठा बैठा किसी नूं मार भी दिंदा, बैठा बैठा किसी नूं जिउंदा भी कर दिंदा, पता नहीं की कुछ करदा, अपनी दुनिया च खेडदा, पागल है। हुण सतगुरु महाराज सच्चे पातशाह कहंदे ने इहदे अंदर पावर भी बड़ी है, शक्ति भी बड़ी है, पर इस शक्ति नूं असीं इकट्ठा करना। जिवें पानी बहुत पिछों आउंदा होवे, सियाणिਆਂ ने डैम बना दिता, पानी नहीं एक थां इकट्ठा करके वो बिजली का काम ले लिया। पासो इस प्रकार सतगुरु महाराज सच्चे पातशाह कहते ने कि ये जिहड़ा मन का खंडाओ है, मन के खंडाओ नूं देखो कित्थे कित्थे गया, हज़ारां पीस हो गए मन दे, मन खिंडिया होया। छोटे हुंदे आपां ਜਿਹੜੇ ਸਕੂਲਾਂ 'ਚ ਪੜ੍ਹੇ, ਇੰਡੀਆ 'ਚ ਦੇਖੋ ਸ਼ਰਾਰਤ ਜੀ ਕਰਦੇ ਹੁੰਦੇ ਸੀ। ਐਨਕ ਦਾ ਮੋਟਾ ਸ਼ੀਸ਼ਾ ਲੈ ਕੇ ਤੇ ਉਹ ਸੂਰਜ ਵੱਲ ਕਰਕੇ ਤਿੱਖੀ ਜੀ ਲਾਈਟ ਕਰਕੇ ਉਹ ਪਾਉਣੀ ਦੂਜੇ ਦੇ ਹੱਥ ਤੇ। ਉਹ ਇੱਕਦਮ ਜਦੋਂ ਅੱਗ ਲੱਗਣੀ ਤੇ ਬੰਦੇ ਨੇ ਕਹਿਣਾ ਮੇਰਾ ਹੱਥ ਸਾੜਤਾ, ਕਾਰਬਨ ਪੇਪਰ ਸਾੜ ਦਿੰਦਾ ਉਹ ਸੂਰਜ ਦੀ ਸਾਰੀ ਸ਼ਕਤੀ ਇੱਕ ਥਾਂ ਇਕੱਠੀ ਕਰਕੇ ਜਦੋਂ ਲੰਘਾਈ ਤਾਂ ਉਹ ਸ਼ਕਤੀ बन गई, खिंडियां हुई किरणा की ताकत बन गई। इस तरह साडा मन खिंडिया होया थां 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 थां। सवेरे एक जो नवा प्रैक्टिकल आउंदा सामने, पहला आपां नितनेम शुरू करते हैं। बेनती की आप जी नूं सवेरे खिंडिया होया मन हुंदा, पहला गुरु ग्रंथ साहिब का ध्यान करो, पोथियां दा जां गुरु साहब दे चित्र दा दर्शन करो, गुरु साहब दा ध्यान करदे अरदास करके शुरू करो नितनेम। हौली हौली एक ओंकार कहना, फिर नमस्कार, सिर झुकाउणा, फतेह। एक ओंकार ही परमेश्वर है, मूल रूप है। एक ओंकार, ये बार बार क्यों कहना जी? क्योंकि खिंडे हुए मन नूं संकेत दे रहे हैं। कई जगह के उत्ते आह जिहड़ियां सड़क के उत्ते लाइटां हुंदियां ने, वो जदों
ਲਾਈਟ ਫਲੈਸ਼ਿੰਗ ਕਰਨ ਲੱਗ ਜਾਂਦੀ, ਮਤਲਬ ਕਿ ਹੁਣ ਇਹ ਬੰਦ ਹੋਣ ਵਾਲਾ ਕੰਮ। ਫਲੈਸ਼ਿੰਗ, ਅਸੀਂ ਵੀ ਮਨ ਨੂੰ ਫਲੈਸ਼ਿੰਗ ਦਿੰਦੇ ਹਾਂ ਵੀ ਆ ਜਾ ਹੁਣ ਪਾਠ ਕਰਨ ਲੱਗੇ, ਇੱਕ ਓੰਕਾਰ, ਇੱਕ ਓੰਕਾਰ, ਸਤਨਾਮ ਸਤਨਾਮ ਕਰਦੇ ਕਰਦੇ ਉਹਦੇ ਵਿੱਚ ਨੂੰ ਪ੍ਰਵੇਸ਼ ਹੋਣਾ, ਉਹਦੇ ਅਰਥਾਂ ਦੇ ਗਿਆਨ ਨੂੰ ਲੈਣਾ। ਸ਼ੁਰੂਆਤ ਚੰਗੀ ਹੋਵੇ ਨਿਤਨੇਮ ਦੀ, ਪਹਿਲੇ 5-10 ਮਿੰਟ 5 ਮਿੰਟ ਇਸੇ ਗੱਲ ਤੇ ਹੀ ਲਾਉਣੇ। ਇੱਕ ਕੀ ਹੈ, ਇੱਕ ਓੰਕਾਰ ਪ੍ਰਕਾਸ਼ ਸਰੂਪ ਹੈ, ਇੱਕ ਇੱਕੋ ਇੱਕ ਹੈ। ਇੱਕ ਓੰਕਾਰ ਦਾ ਮਤਲਬ ਕਿ ਉਹ ਸਾਰਿਆਂ ਨੂੰ ਪ੍ਰਕਾਸ਼ ਦਿੰਦਾ ਹੈ, ਬੁੱਧੀ ਨੂੰ ਪ੍ਰਕਾਸ਼ ਦਿੰਦਾ, ਮੇਰੀ ਨੂੰ, ਸਾਹਮਣੇ ਮੋਮਬੱਤੀ ਜਲਦੀ ਇਹਨੂੰ ਵੀ ਪ੍ਰਕਾਸ਼, ਅੱਗ ਨੂੰ ਪ੍ਰਕਾਸ਼ ਵਾਹਿਗੁਰੂ ਦਿੰਦਾ। ਕੀ ਚੀਜ਼ ਹੈ ਅੱਗ ਬਾਰੇ ਕਦੇ ਸੋਚ ਕੇ ਦੇਖੋ, ਅੱਗ ਕੀ ਚੀਜ਼ ਹੈ? ਵਾਸਤਵ ਦੇ ਜੋ ਇੱਕ ਬਹਾਨਾ ਹੈ। ਵਾਹਿਗੁਰੂ ਦੀ ਜੋਤ ਨਾਲ ਹੀ ਅੱਗ ਬਲਦੀ, ਉਹਦੇ ਜੋਤ ਕਰਕੇ ਅੱਗ ਬਲਦੀ। ਵਾਹਿਗੁਰੂ ਦੀ ਜੋਤ ਕਰਕੇ ਹੀ ਸਾਡੀ ਬੁੱਧੀ ਕਰਮ ਕਰਦੀ। ਅਸਮਾਨ ਦੇ ਵਿੱਚ ਤਾਰੇ ਚਮਕਦੇ ਨੇ, ਵਾਹਿਗੁਰੂ ਦੀ ਜੋਤ ਸਦਕਾ ਚਮਕਦੇ। ਅਸਮਾਨ ਵਿੱਚ ਸੂਰਜ ਚਮਕਦਾ, ਵਾਹਿਗੁਰੂ ਦੀ ਜੋਤ ਹੈ। ਚੰਦਰਮਾ ਜੋਤ ਹੈ। ਬਿਜਲੀ ਲਿਸ਼ਕਦੀ ਅਸਮਾਨ ਵਿੱਚ ਬੱਦਲਾਂ 'ਚ, ਇਹ ਵੀ ਵਾਹਿਗੁਰੂ ਦੀ ਜੋਤ ਹੈ। 6 ਜੋਤਾਂ ਨੇ ਇਹ ਵੱਡੀਆਂ। ਖਟ ਜੋਤੀ ਪ੍ਰਕਾਸ਼, ਖਟ ਮਤਲਬ 6। 6 ਜੋਤਾਂ ਨੂੰ ਪ੍ਰਕਾਸ਼ ਕਰਦੇ ਨੇ ਓਂਕਾਰ ਜੀ। ਇਹ ਜਦੋਂ ਆਪਾਂ ਹੌਲੀ ਹੌਲੀ, ਉਹ ਹੁਣ ਮਨ ਦੀ ਇਕਾਗਰਤਾ ਅਰਥਾਂ ਨਾਲ ਹੁੰਦੀ। ਇੱਕ ਓਂਕਾਰ, ਇੱਕ ਓਂਕਾਰ ਦੀ ਮਹੱਤਤਾ ਨੂੰ ਸਮਝਣਾ, ਵਡੱਪਣ ਨੂੰ ਸਮਝਣਾ, ਹੌਲੀ ਹੌਲੀ ਸਤਨਾਮ, ਸਤਨਾਮ ਦਾ ਭਾਵ ਕੀ? ਇੱਕ ਓਂਕਾਰ ਸਤਨਾਮ, ਕਰਤਾ ਪੁਰਖ, ਧਿਆਨ ਲੈ ਕੇ ਜਾਣਾ। ਅੱਖਰ ਕਹਿਣਾ ਹੋਰ ਚੀਜ਼ ਹੁੰਦੀ ਹੈ, ਉਹਨੂੰ ਸਮਝਣਾ। ਕਰਤਾ ਦਾ ਮਤਲਬ ਕੀ ਹੈ? ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਜਿੰਨੀ ਦੁਨੀਆ ਤੁਸੀਂ ਬਣੀ ਹੋਈ ਦੇਖਦੇ ਹੋ, ਇਹਦਾ ਕਰਤਾ ਕੌਣ ਹੈ? ਵਾਹਿਗੁਰੂ। ਕਰਤਾ, ਪੁਰਖ, ਕਾਖੇ ਨੂੰ ਔਂਕੜ ਵੀ ਹੈ। ਪੁਰਖ ਹੁੰਦਾ ਪੂਰਨ ਰੂਪ ਵਿੱਚ ਵਿਆਪਕ ਹੈ। ਕੋਈ ਬੰਦਾ ਕੋਈ ਵੀ ਚੀਜ਼ ਬਣਾ ਕੇ ਉਹਦੇ ਵਿੱਚ ਆਪ ਨਹੀਂ ਬੈਠਦਾ। ਦਰਜੀ ਕੱਪੜਾ ਸਿਉਂ ਕੇ ਆਪਾਂ ਦਾ ਪਾਉਂਦੇ, ਆਪਾਂ ਘੜੇ ਘੁਮਿਆਰ ਬਣਾਉਂਦਾ, ਉਹ ਘੁਮਿਆਰ ਉਹਦੇ 'ਚ ਨਹੀਂ ਬੈਠਦਾ। ਕਾਰ ਬਣਾਉਣ ਵਾਲਾ ਹੋਰ ਆ, ਆਪਾਂ ਵਿੱਚ ਬੈਠਣ ਵਾਲੇ ਹੁੰਦੇ। ਇਸ ਪ੍ਰਕਾਰ ਉਹ ਜਿਹੜਾ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਪੁਰਖ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਉਹਨੂੰ ਕਿਸੇ ਤੋਂ ਡਰ ਨਹੀਂ। ਨਿਰਵੈਰ ਹੈ ਵਾਹਿਗੁਰੂ, ਵੈਰ ਤੋਂ ਰਹਿਤ ਨੇ, ਉਹਨਾਂ ਨੂੰ ਕਿਸੇ ਨਾਲ ਵੈਰ ਨਹੀਂ। ਫਿਰ ਆਪ ਵੀ ਇਹੋ ਜਿਹੇ ਬਣ ਕੇ ਦੇਖੋ ਵੀ ਜੇ ਮੇਰੇ ਮਨ 'ਚ ਕਿਸੇ ਪ੍ਰਤੀ ਵੈਰ ਨਹੀਂ ਤਾਂ ਕਿਹੋ ਜਿਹੀ ਫੀਲਿੰਗ ਆਉਂਦੀ ਹੈ। ਜੇ ਮੇਰਾ ਦੁਨੀਆ 'ਚ ਵੈਰ ਹੈ ਕਈਆਂ ਨਾਲ ਤਾਂ ਫਿਰ ਫੀਲਿੰਗ ਕਹੀ ਜਿਹੀ ਆਉਂਦੀ ਹੈ। ਜਬ ਲਾਗੇ ਜਾਨੈ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਵੈਰ ਰੱਖਣ ਨਾਲ ਫਿਰ ਮਨ ਟਿਕਾਓ 'ਚ ਨਹੀਂ ਆਉਂਦਾ। ਅਕਾਲ ਮੂਰਤ, ਅਕਾਲ ਤੋਂ ਰਹਿਤ, ਮੂਰਤ ਹੁੰਦੀ ਹਸਤੀ। ਸੋ ਮਹਾਰਾਜ ਨੇ ਇਹ ਮੂਰਤ ਅੱਖਰ ਕਈ ਤਰ੍ਹਾਂ ਨਾਲ ਵਰਤਿਆ। ਗੁਰਮੂਰਤ, ਗੁਰ ਸ਼ਬਦ ਹੈ। ਅਕਾਲ ਮੂਰਤ, ਅਚਲ ਮੂਰਤ, ਅਨਭਉ ਪ੍ਰਕਾਸ਼, ਅਮਿਤ ਤੋਜ ਕਹਿਜੈ। ਜਾਪ ਸਾਹਿਬ 'ਚ ਧਿਆਨ ਦਿਓ, ਕਈ ਜਗ੍ਹਾ ਮੂਰਤ ਅੱਖਰ ਵਰਤਿਆ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਫਰਮਾਉਂਦੇ ਨੇ ਕਿ ਅਕਾਲ, ਕਾਲ ਤੋਂ ਰਹਿਤ ਮੂਰਤ ਸਰੂਪ ਹੈ। ਇਹ ਨਾਲ ਨਾਲ ਸੋਚੀ ਜਾਣਾ ਕਿ ਕਾਲ ਤੋਂ ਰਹਿਤ ਤਾਂ ਮੇਰਾ ਵੀ ਸਰੂਪ ਹੈ। ਕਿਹੜਾ? ਜਿਹੜਾ ਅੰਦਰ ਆਤਮਾ ਹੈ। ਜਿਹੜਾ ਆਪਣਾ ਬਾਹਰਲਾ ਹੈ ਇਹ ਰੂਪ ਹੈ। ਇਹ ਰੂਪ ਨਾਸ ਹੋ ਜਾਂਦਾ। ਰੂਪ ਜਾਤ ਜੋਬਨ ਰਾਜ ਮਾਲ, ਰੂਪ ਜਾਤ ਜੋਬਨ ਪੰਜੇ ਠੱਗ। ਜਿੰਨਾ ਸੁੰਦਰ ਚਿਹਰਾ ਜਵਾਨੀ 'ਚ ਹੁੰਦਾ, ਬੁਢੇਪੇ 'ਚ ਉਸੇ ਝੁਰੜੀਆਂ ਪੈਣੀਆਂ। ਧੋਖਾ ਹੈ। ਰਾਜ ਵੀ ਇੱਕ ਧੋਖਾ ਹੈ, ਜਾਤ ਵੀ ਧੋਖਾ ਹੈ। ਇਹ ਮਾਇਆਵੀ ਚੀਜ਼ਾਂ ਨੇ।
ਮਾਲ ਧਨ ਵੀ ਧੋਖਾ ਹੈ। ਇਹ ਸਾਰੀਆਂ ਚੀਜ਼ਾਂ ਧੋਖਾ ਦੇਣ ਵਾਲੀਆਂ ਨੇ। ਇਸ ਕਰਕੇ ਆਪਾਂ ਵਿਚਾਰ ਨਹੀਂ, ਮੇਰਾ ਜਿਹੜਾ ਰੂਪ ਹੈ ਬਾਹਰ, ਜੋ ਮੈਂ ਰੂਪ ਕੀਏ ਬਹੁ ਤੇਰੇ ਰੂਪ, ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ। ਮਹਾਰਾਜ ਕਹਿੰਦੇ ਰੂਪ ਬਾਹਰਲਾ ਹੈ, ਤੂੰ ਆਪਣੇ ਸਰੂਪ ਨੂੰ ਦੇਖਣਾ ਸੀ। ਇਹ ਸਰੂਪ ਨਾਸਵੰਤ ਨਹੀਂ ਹੁੰਦਾ। ਬਾਹਰਲਾ ਰੂਪ ਤਾਂ ਨਾਸ ਹੋ ਜਾਣਾ, ਕਿਉਂਕਿ ਤਾਂ ਥੋੜੇ ਚਿਰ ਦੀ ਖੇਡ ਹੈ। ਫਿਰ ਫੋਟੋ ਜੀ ਘਰ ਦੇ ਖਿੱਚ ਕੇ ਵੱਡੀ ਸਾਰੀ ਮਹਾਰਾਜ ਦੇ ਮੂਹਰੇ ਰੱਖ ਦੇਣਗੇ ਵੀ ਇਹ ਹੁੰਦਾ ਸੀਗਾ ਬੰਦਾ। ਫੋਟੋ ਆਪਣੀ ਸਭ ਦੀ ਹੋਣੀ ਮਹਾਰਾਜ ਦੇ ਮੂਹਰੇ ਇੱਕ ਦਿਨ। ਕਦੇ ਸੋਚਿਆ ਨਹੀਂ ਹੈ ਤੁਸੀਂ? ਜਦ ਅਸੀਂ ਸੰਸਕਾਰ ਕਰਨਗੇ ਇੱਕ ਵਾਰ ਪਤਾਲਪੁਰੀ ਸਾਹਿਬ, ਉਸ ਵਕਤ ਮਹਾਂਪੁਰਖਾਂ ਦਾ ਸੰਸਕਾਰ ਮਹਿਤੇ ਬਾਬਾ ਕਰਤਾਰ ਸਿੰਘ ਜੀ ਖਾਲਸਾ ਦਾ ਹੋਇਆ। ਜਦੋਂ ਸਾਰੀ ਰਾਖ ਪਾਉਣ ਗਏ, ਉਦੋਂ ਇੱਕ ਕਿਸੇ ਬਜ਼ੁਰਗ ਦਾ ਵੀ ਉਸ ਥਾਂ ਦੇ ਉੱਤੇ ਅੰਗੀਠਾ ਲੈ ਕੇ ਆਏ ਵਿੱਚ ਪਾਉਣ ਨੂੰ। ਉਹਦੇ 'ਚ ਉਹਦੀ ਐਨਕ ਨਾਲ ਹੀ ਹੋਰ ਸਮਾਨ ਸਾਰਾ ਨਾਲ ਹੀ। ਜਦੋਂ ਸਾਰਾ ਕੁਝ ਸੁੱਟਿਆ, ਮੇਰੇ ਨਾਲ ਚੰਗਾ ਤਕੜਾ ਅਭਿਆਸੀ ਸੀ ਬੰਦਗੀ ਵਾਲਾ ਸਿੰਘ, ਉਹਨੇ ਮੈਨੂੰ ਕਿਹਾ ਆਹ ਦੇਖ ਲਾ, ਤੇਰੀ ਐਨਕ ਵੀ ਇੱਦਾਂ ਹੀ ਆਉਣੀ ਹੈ। ਯਾਨੀ ਮਨ ਮੈਂ ਇੱਕਦਮ ਸੱਟ ਵੱਜਦੀ ਬੜੀ, ਅੱਛਾ ਆਪਾਂ ਵੀ ਮਰਨਾ ਬਈ, ਚੇਤੇ ਹੀ ਭੁੱਲਿਆ। ਕਹਿੰਦਾ ਇੱਦਾਂ ਹੀ ਆਉਣੀ ਤੇਰੀ ਐਨਕ ਵੀ ਇੱਥੇ, ਕਿਤੇ ਐਵੇਂ ਆਕੜਿਆ ਫਿਰੇ। ਉਹ ਸਾਨੂੰ ਘੂਰ ਕੇ ਬੜਾ ਰੱਖਦਾ ਹੁੰਦਾ ਸੀ।